ਆਉਣ ਵਾਲੀ ਸੰਗਤ ਨੂੰ ਵੇਖਦਾ ਹੈ। ਜੋ ਵੀ ਰਸਤਾ ਬਸਤਾ ਕਾਰੋਬਾਰ ਜਿਹੜਾ ਗੁਰੂ ਘਰ ਦੀ ਜ਼ਿੰਮੇਵਾਰੀ ਪ੍ਰਿਥੀ ਚੰਦ ਦੀ ਹੈ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਿਥੀ ਚੰਦ ਨੂੰ ਸੱਦਿਆ। ਪ੍ਰਿਥੀ ਚੰਦ ਆਇਆ, ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਦੱਸੋ ਗੁਰੂ ਪਿਤਾ ਜੀ। ਮਹਾਰਾਜ ਕਹਿਣ ਲੱਗੇ, ਭਾਈ ਇਹ ਤੁਹਾਡੇ ਤਾਇਆ ਜੀ ਆਏ ਨੇ, ਤੁਹਾਡੇ ਭਰਾ ਦਾ ਵਿਆਹ ਹੈ, ਲਾਹੌਰ ਦੇ ਵਿੱਚ ਜਾਣਾ ਹੈ। ਵਿਆਹ ਦੇ ਕਾਰਜ ਵਿੱਚ ਜਾ ਕੇ ਉੱਥੇ ਸੇਵਾ ਨਿਭਾਉਣੀ ਹੈ। ਵਿਆਹ ਦਾ ਕਾਰਜ ਪੂਰਾ ਹੋ ਜਾਏਗਾ, ਕਹਿੰਦੇ ਵਾਪਸ ਆ ਜਾਣਾ। ਗੁਰੂ ਰਾਮਦਾਸ ਸਾਹਿਬ ਜੀ ਪ੍ਰਿਥੀ ਚੰਦ ਨੂੰ ਕਹਿੰਦੇ ਨੇ। ਪ੍ਰਿਥੀ ਚੰਦ ਉਹਦੇ ਮਨ ਵਿੱਚ ਈਰਖਾ ਇਹ ਸੀ ਬੜੇ ਸਮੇਂ ਤੋਂ ਕਿ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਛੋਟੇ ਭਰਾ ਅਰਜਨ ਦੇਵ ਨੂੰ ਬੜਾ ਪਿਆਰ ਕਰਦੇ ਨੇ। ਮੈਂ ਕਿਤੇ ਇੱਧਰ ਉੱਧਰ ਚਲਾ ਗਿਆ, ਜੋ ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਤਿਲਕ ਹੈ, ਕਿਤੇ ਅਰਜਨ ਦੇਵ ਨੂੰ ਨਾ ਦਿੱਤਾ ਜਾਏ। ਇਹ ਗੱਲ ਸੀ ਮਨ 'ਚ। ਪ੍ਰਿਥੀ ਚੰਦ ਕਹਿਣ ਲੱਗਾ, ਮਹਾਰਾਜ ਗੁਰੂ ਘਰ ਦੀਆਂ ਬੜੀਆਂ ਜ਼ਿੰਮੇਵਾਰੀਆਂ ਨੇ। ਸੰਗਤਾਂ ਰਸਤਾ ਬਸਤਾਂ ਬੇਅੰਤ ਮਾਇਆ ਲੈ ਕੇ ਆਉਂਦੀ ਹੈ, ਉਹਨਾਂ ਦੀ ਦੇਖ ਰੇਖ ਕਰਨੀ ਮੇਰਾ ਕੰਮ ਹੈ। ਇੱਥੋਂ ਗੁਰੂ ਘਰ ਚੋਂ ਮੈਂ ਚਲੇ ਗਿਆ, ਕਹਿੰਦਾ ਕੌਣ ਕੰਮ ਕਰੇਗਾ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਵਾਬ ਦੇ ਦਿੱਤਾ, ਕਹਿੰਦਾ ਜੀ ਮੈਂ ਨਹੀਂ ਜਾ ਸਕਦਾ। ਗੁਰੂ ਰਾਮਦਾਸ ਸਾਹਿਬ ਜੀ ਨੇ ਫਿਰ ਮਹਾਦੇਵ ਨੂੰ ਸੱਦਿਆ। ਮਹਾਦੇਵ ਨੂੰ ਵੀ ਇਸੇ ਤਰ੍ਹਾਂ ਕਿਹਾ। ਮਹਾਰਾਜ ਨੇ ਕਹਿੰਦੇ ਭਾਈ ਤੁਹਾਡੇ ਤਾਇਆ ਜੀ ਨਾਲ ਜਾਓ, ਤੁਹਾਡੇ ਭਰਾ ਦਾ ਵਿਆਹ ਹੈ, ਲਾਹੌਰ ਵਿੱਚ ਜਾ ਕੇ ਸੇਵਾ ਕਰਨੀ ਹੈ। ਵਿਆਹ ਦਾ ਕਾਰਜ ਪੂਰਾ ਹੋ ਗਿਆ, ਫਿਰ ਵਾਪਸ ਆ ਜਾਇਓ। ਮਹਾਦੇਵ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗਾ, ਹੈ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ, ਮੈਂ ਇਹ ਦੁਨਿਆਵੀ ਝਮੇਲਿਆਂ ਵਿੱਚ ਨਹੀਂ ਪੈਣਾ ਚਾਹੁੰਦਾ। ਉਹ ਹਰ ਇੱਕ ਸੋਗ ਤੋਂ ਰਹਿ ਤੁਸੀਂ ਗੁਰਮੁਖੋ, ਨਾ ਉਹਨਾਂ ਨੂੰ ਕੋਈ ਖੁਸ਼ੀ ਦਾ ਨਾ ਕੋਈ ਗਮੀ ਦਾ। ਹਰ ਇੱਕ ਸੋਗ ਤੋਂ, ਇਹਨਾਂ ਚੀਜ਼ਾਂ ਤੋਂ ਉਪਰਾਮ ਸੀ, ਉੱਪਰ ਸੀ। ਮਹਾਦੇਵ ਨੇ ਵੀ ਜਵਾਬ ਦੇ ਦਿੱਤਾ। ਫਿਰ ਅਰਜਨ ਦੇਵ ਨੂੰ ਸੱਦਿਆ, ਛੋਟੇ ਪੁੱਤਰ ਨੂੰ। ਜਦੋਂ ਅਰਜਨ ਦੇਵ ਜੀ ਆਏ, ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾਇਆ, ਨਮਸਕਾਰ ਕੀਤੀ, ਬੇਨਤੀ ਕਰਨ ਲੱਗੇ, ਹਾਂਜੀ ਗੁਰੂ ਪਿਤਾ ਜੀ ਦੱਸੋ ਕੀ ਬਚਨ ਹੈ, ਕੀ ਹੁਕਮ ਹੈ? ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਭਾਈ ਤੁਹਾਡੇ ਤਾਇਆ ਜੀ ਆਏ ਨੇ, ਲਾਹੌਰ ਜਾਓ ਇਹਨਾਂ ਨਾਲ, ਇਹਨਾਂ ਦੇ ਘਰ ਤੁਹਾਡੇ ਭਰਾਤਾ ਦਾ ਵਿਆਹ ਹੈ, ਵਿਆਹ ਦੇ ਕਾਰਜ ਵਿੱਚ ਸ਼ਾਮਲ ਹੋਣੇ। ਜਿੰਨਾ ਸਮਾਂ ਕਹਿੰਦੇ ਵਿਆਹ ਦਾ ਕਾਰਜ ਚੱਲੇਗਾ, ਸੇਵਾ ਕਰਨੀ ਹੈ ਸੰਗਤਾਂ ਦੀ। ਵਿਆਹ ਦਾ ਕਾਰਜ ਪੂਰਾ ਹੋ ਗਿਆ। ਉਸ ਤੋਂ ਬਾਅਦ ਕਹਿੰਦੇ ਉੱਥੇ ਹੀ ਧਰਮਸ਼ਾਲਾ ਦੇ ਵਿੱਚ ਰਹਿ ਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨਾ ਹੈ। ਬਾਬੇ ਨਾਨਕ ਦੀ ਬਾਣੀ ਦੇ ਨਾਲ ਉਹਨਾਂ ਸੰਗਤਾਂ ਨੂੰ ਜੋੜਨਾ ਹੈ। ਸਤ ਵਚਨ ਕਹਿੰਦੇ ਜਦੋਂ ਤੱਕ ਤੁਹਾਨੂੰ ਸੱਦਾ ਨਾ ਦਈਏ, ਤੁਹਾਨੂੰ ਲਾਹੌਰ ਤੋਂ ਨਾ ਬੁਲਾਈਏ, ਉਦੋਂ ਤੱਕ ਲਾਹੌਰ ਦੇ ਵਿੱਚ ਹੀ ਰਹਿਣਾ। ਕਹਿੰਦੇ ਵਾਪਸ ਨਹੀਂ ਆਉਣਾ। ਸਤ ਵਚਨ। ਅਰਜਨ ਦੇਵ ਜੀ ਸਤ ਵਚਨ ਦੇ ਅਧਿਕਾਰੀ ਸੀ। ਸਤ ਸਤ ਕਰਕੇ ਮੰਨਿਆ। ਇਹ ਸਾਧ ਸੰਗਤ ਸਹਾਰੀ ਮੱਲ ਸੇਠ ਆਪਣੇ ਤਾਇਆ ਜੀ ਦੇ ਨਾਲ ਤੁਰੇ। ਅਰਜਨ ਦੇਵ ਜੀ ਲਾਹੌਰ ਦੀ ਧਰਤੀ ਤੇ ਜਾ ਕੇ ਫਿਰ ਉਹ ਦਿਨ ਆਇਆ ਜਿਵੇਂ ਅੱਜ ਆਪਾਂ ਵਿਆਹ ਦੇ ਕਾਰਜ ਵਿੱਚ ਸ਼ਾਮਲ ਹੋਏ ਆ ਨਾ। ਅਖੰਡ ਪਾਠ ਸਾਹਿਬ ਜੀ ਦਾ ਭੋਗ ਪਿਆ ਪਰਿਵਾਰ ਦੇ ਗ੍ਰਹਿ ਵਿਖੇ। ਕੱਲ ਤੋਂ ਬਰਾਤਾਂ ਸ਼ੁਰੂ ਹੋਣੀਆਂ ਨੇ, ਕੱਲ ਤੋਂ ਪਰਸੋਂ ਤੋਂ ਵਿਆਹ ਦਾ ਕਾਰਜ ਸ਼ੁਰੂ ਹੋਇਆ ਪਰਿਵਾਰ ਦੇ ਗ੍ਰਹਿ ਵਿੱਚ। ਇਸੇ ਤਰ੍ਹਾਂ ਲਾਹੌਰ ਦੀ ਧਰਤੀ ਤੇ ਹੋਇਆ। ਗੁਰਮੁਖੋ ਸਹਾਰੀ ਮੱਲ ਸੇਠ ਆਪਣੇ ਪੁੱਤਰ ਨੂੰ ਵਿਆਹ ਕੇ ਲੈ ਕੇ ਆਏ। ਘਰ ਦੇ ਵਿੱਚ ਬੜੀਆਂ ਰੌਣਕਾਂ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਸਾਧ ਸੰਗਤ ਢੋਲ ਟਮੱਕੇ ਵੱਜਦੇ ਨੇ, ਬੜੇ ਖੁਸ਼ੀ ਦੇ ਗੀਤ ਗਾਏ ਜਾ ਰਹੇ ਨੇ। ਤੇ ਅਰਜਨ ਦੇਵ ਜੀ ਆਈਆਂ ਸੰਗਤਾਂ ਦੀ ਬੜੀ ਖੂਬ ਸੇਵਾ ਕਰਦੇ ਨੇ। ਬੇਅੰਤ ਸੇਵਾ ਕਮਾਈ, ਘਾਲਣਾ ਘਾਲੀ। ਕੁਝ ਦਿਨਾਂ ਤੋਂ ਬਾਅਦ ਜਿਹੜਾ ਵਿਆਹ ਦਾ ਕਾਰਜ ਸੀ ਉਹ ਸਮਾਪਤ ਹੋ ਗਿਆ। ਸੰਗਤ ਜੀ ਵਿਆਹ ਦਾ ਕਾਰਜ ਸਮਾਪਤ ਹੋਇਆ। ਫਿਰ ਅਰਜਨ ਦੇਵ ਜੀ ਨੇ ਗੁਰੂ ਪਿਤਾ ਦਾ ਹੁਕਮ ਮੰਨਿਆ। ਦੂਜਾ ਕਿਹੜਾ? ਵੀ ਇੱਥੇ ਰਹਿ ਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨਾ। ਫਿਰ ਉੱਥੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਦੇ ਨੇ। ਸਾਧ ਸੰਗਤ ਸ਼ਬਦ ਸੰਗਤਾਂ ਤੋਂ ਕਿਹੜਾ ਪੜਾਉਂਦੇ ਨੇ, ਪੜ੍ਹਿਓ ਸਾਰੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ ਇਹ ਸ਼ਬਦ, ਪੜ੍ਹਿਓ ਸਾਰੀਆਂ ਸੰਗਤਾਂ।
ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੰਗਤਾਂ ਨੂੰ ਕਹਿੰਦੇ ਨੇ, ਸਾਰੇ ਭਾਈ ਗੁਰਬਾਣੀ ਦਾ ਸ਼ਬਦ ਪੜੋ, ਗੁਰੂ ਨਾਨਕ ਦੀ ਸਿੱਖੀ ਧਾਰਨ ਕਰੋ, ਗੁਰੂ ਨਾਨਕ ਦੇ ਚਰਨਾਂ ਦੇ ਆਸਰਾ ਲਓ। ਗਾਵੋ ਸੱਚੀ ਬਾਣੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਗਾਵੋ ਸੱਚੀ ਬਾਣੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ। ਸੱਚੀ ਬਾਣੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਆਵੋ ਸੱਚੀ ਬਾਣੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਆਵੋ ਸੱਚੀ ਬਾਣੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਗਾਵੋ ਸੱਚੀ ਬਾਣੀ, ਸਿੱਖ ਸਤਿਗੁਰ ਕੇ ਪਿਆਰਿਓ। ਸੱਚੀ ਬਾਣੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਆਵੋ ਸੱਚੀ ਬਾਣੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। 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 ਸਿੱਖ ਸਤਿਗੁਰ ਕੇ ਸਤਿਗੁਰ ਕੇ ਪਿਆਰਿਓ। ਸਿੱਖ ਸਤਿਗੁਰ ਕੇ ਪਿਆਰਿਓ। ਗਾਵੋ ਸੱਚੀ ਬਾਣੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਗਾਵੋ ਸੱਚੀ ਬਾਣੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਸੱਚੀ ਬਾਣੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਆਵੋ ਸੱਚੀ ਬਾਣੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਗੁਰੂ ਅਰਜਨ ਸਾਹਿਬ ਜੀ ਸੰਗਤਾਂ ਦੇ ਕੋਲੋਂ ਇਹ ਸ਼ਬਦ ਪੜ੍ਹਾ ਰਹੇ ਨੇ। ਆਓ ਭਾਈ ਗੁਰੂ ਕੇ ਪਿਆਰਿਓ, ਗੁਰੂ ਸਿੱਖੋ, ਸਤਿਗੁਰਾਂ ਦੀ ਸੱਚੀ ਬਾਣੀ ਗਾਇਨ ਕਰੋ। ਬੇਅੰਤ ਸੰਗਤਾਂ ਦਾ ਭਾਰੀ ਇਕੱਠ ਹੋਣ ਲੱਗ ਗਿਆ। ਲਾਹੌਰ ਦੀ ਧਰਤੀ ਸੱਚਮੁੱਚ ਹੀ ਬੇਅੰਤ ਗੁਰੂ ਦੀਆਂ ਸੰਗਤਾਂ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਲੱਗੀਆਂ ਜੁੜਨ। ਗੁਰੂ ਨਾਨਕ ਦੀ ਸਿੱਖੀ ਸੰਗਤਾਂ ਨੇ ਧਾਰਨ ਕੀਤੀ। ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਅਰਜਨ ਦੇਵ ਜੀ ਲਾਹੌਰ ਵਿੱਚ ਕਰ ਰਹੇ ਨੇ। ਇਹ ਸਾਧ ਸੰਗਤ ਜਦੋਂ ਕਹਿੰਦੇ ਕੁਝ ਮਹੀਨੇ ਲੰਘੇ, ਸਾਲ ਦਾ ਸਮਾਂ ਹੋ ਗਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਲੱਗੇ ਸੋਚਣ, ਕਹਿੰਦੇ ਗੁਰੂ ਪਿਤਾ ਨੇ ਯਾਦ ਨਹੀਂ ਕੀਤਾ। ਬੇਅੰਤ ਕਾਰ ਸੇਵਾਵਾਂ ਗੁਰੂ ਘਰ ਵਿੱਚ ਚੱਲ ਰਹੀਆਂ ਨੇ, ਕਿਤੇ ਗੁਰੂ ਪਿਤਾ ਜੀ ਭੁੱਲ ਨਾ ਗਏ ਹੋਣ। ਤਾਂ ਉਹਨਾਂ ਨੇ ਕਹਿੰਦੇ ਇੱਕ ਪੱਤਰਕਾ ਲਿਖੀ, ਇੱਕ ਚਿੱਠੀ ਲਿਖੀ, ਇੱਕ ਸਿੱਖ ਨੂੰ ਸੱਦਿਆ। ਕਹਿੰਦੇ ਬਈ ਜਾ ਅੰਮ੍ਰਿਤਸਰ ਦੀ ਧਰਤੀ, ਇਹ ਸਾਡੀ ਪੱਤਰਕਾ ਜਿਹੜੀ ਹੈ ਸਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਨੂੰ ਫੜਾ ਕੇ ਆ। ਗੁਰੂ ਅਰਜਨ ਦੇਵ ਜੀ ਨੇ ਪੱਤਰਕਾ ਲਿਖੀ, ਸਿੱਖ ਨੂੰ ਫੜਾਈ। ਉਹ ਸਿੱਖ ਲਾਹੌਰ ਦੀ ਧਰਤੀ ਤੋਂ ਤੁਰਿਆ, ਅੰਮ੍ਰਿਤਸਰ ਆਇਆ। ਅੰਮ੍ਰਿਤਸਰ ਜਦੋਂ ਆਇਆ, ਡਿਊਟੀ ਦੇ ਨੇੜੇ ਉੱਥੇ ਪ੍ਰਿਥੀ ਚੰਦ ਮਿਲਿਆ। ਤੇ ਜਦੋਂ ਕਿ ਪੁੱਛਿਆ ਗਿਆ ਭਾਈ ਗੁਰੂ ਰਾਮਦਾਸ ਸਾਹਿਬ ਜੀ ਕਿੱਥੇ ਮਿਲਣਗੇ, ਪ੍ਰਿਥੀ ਚੰਦ ਕਹਿੰਦਾ ਵੀ ਕੌਣ ਹੈ, ਕਿੱਥੋਂ ਆਏ, ਕੀ ਕਰਨਾ ਹੈ। ਉਹਨੇ ਦੱਸਿਆ, ਕਹਿੰਦਾ ਮੈਂ ਲਾਹੌਰ ਤੋਂ ਆਇਆ, ਅਰਜਨ ਦੇਵ ਜੀ ਦੀ ਪੱਤਰਕ ਹੈ, ਗੁਰੂ ਰਾਮਦਾਸ ਸਾਹਿਬ ਜੀ ਨੂੰ ਫੜਾ ਕੇ ਆਉਣੀ ਹੈ। ਪ੍ਰਿਥੀ ਚੰਦ ਦੇ ਮਨ ਵਿੱਚ ਫਿਰ ਉਸੇ ਤਰ੍ਹਾਂ ਈਰਖਾਵਾਦੀ ਦੇ ਖਿਆਲ ਪੈਦਾ ਹੋਏ। ਉਹ ਕਹਿਣ ਲੱਗਾ ਵੀ ਲਿਆ ਤੂੰ ਮੈਨੂੰ ਫੜਾ, ਪੱਤਰਕਾ ਕਿਹੜੀ ਹੈ, ਮੈਂ ਆਪੇ ਸਤਿਗੁਰਾਂ ਨੂੰ ਫੜਾ ਦਾਂਗਾ। ਪ੍ਰਿਥੀ ਚੰਦ ਨੇ ਅਰਜਨ ਦੇਵ ਮਹਾਰਾਜ ਜੀ ਦੀ ਲਿਖੀ ਹੋਈ ਪੱਤਰਕਾ ਉਸ ਸਿੱਖ ਦੇ ਕੋਲੋਂ ਫੜੀ, ਆਪਣੇ ਗੋਝੇ ਵਿੱਚ ਪਾ ਲਈ, ਸਤਿਗੁਰਾਂ ਤੱਕ ਨਹੀਂ ਪਹੁੰਚਾਈ। ਫਿਰ ਸਮਾਂ ਲੰਘਦਾ ਗਿਆ, ਕਾਫੀ ਸਮਾਂ ਲੰਘ ਗਿਆ। ਗੁਰੂ ਅਰਜਨ ਦੇਵ ਜੀ ਨੇ ਫਿਰ ਉੱਥੇ ਦੂਸਰੀ ਚਿੱਠੀ ਲਿਖੀ। ਪਹਿਲੀ ਸੀ, ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ, ਵਿਲਪ ਕਰੇ ਚਾਤਰਕ ਕੀ ਨਿਆਈ। ਤਿਰਖਾ ਨ ਉਤਰੇ ਸੰਤ ਨੇ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਘੋਲੀ ਜਿਉ ਘੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਦੂਸਰੀ ਪੱਤਰਕਾ ਲਿਖੀ, ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਇਹ ਦੂਸਰੀ ਚਿੱਠੀ ਲਿਖ ਕੇ ਸਿੱਖ ਨੂੰ ਫੜਾਈ। ਜਾ ਵਈ ਸਤਿਗੁਰਾਂ ਦੇ ਕੋਲ ਇਹ ਚਿੱਠੀ ਫੜਾ ਕੇ ਆ। ਅੱਜ ਫੇਰ ਉਹ ਸਿੱਖ ਲਾਹੌਰ ਤੋਂ ਅੰਮ੍ਰਿਤਸਰ ਆਇਆ। ਅੰਮ੍ਰਿਤਸਰ ਉਹੀ ਸਿੱਖ ਪ੍ਰਿਥੀ ਚੰਦ ਫੇਰ ਮਿਲ ਜਾਂਦਾ ਡਿਊਟੀ ਦੇ ਵਿੱਚ।
ਉਹ ਪੱਤਰਕਾ ਉਹ ਚਿੱਠੀ ਫੇਰ ਪ੍ਰਿਥੀ ਚੰਦ ਨੇ ਫੜ ਲਈ, ਗੱਲਬਾਤ ਕੀਤੀ ਵੀ ਉਹੀ ਸਿੱਖ ਅੱਜ ਫੇਰ ਆਏ। ਪੁੱਛਿਆ, ਕਹਿੰਦਾ ਜੀ ਮੈਂ ਲਾਹੌਰ ਤੋਂ ਆਇਆ, ਆ ਦੂਜੀ ਪੱਤਰਕ ਹੈ। ਕਹਿੰਦਾ ਲਿਆ ਫੜਾ। ਉਹ ਚਿੱਠੀ ਫੜੀ, ਉਹ ਵੀ ਗੁੰਜ ਗੋਸ਼ੇ ਕਰ ਲਈ, ਗੋਝੇ ਵਿੱਚ ਪਾ ਲਈ, ਨਹੀਂ ਸਤਿਗੁਰਾਂ ਤੱਕ ਪਹੁੰਚਾਈ। ਸਾਧ ਸੰਗਤ ਫੇਰ ਸਮਾਂ ਲੰਘਦਾ ਗਿਆ ਤੇ ਸਾਧ ਸੰਗਤ ਗੁਰੂ ਅਰਜਨ ਦੇਵ ਜੀ ਨੇ ਫਿਰ ਉੱਥੇ ਤੀਜੀ ਪੱਤਰਕਾ ਲਿਖੀ, ਤੀਜੀ ਚਿੱਠੀ ਲਿਖੀ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਫਿਰ ਤੁਧ ਭਗਵੰਤਾ। ਮੋਹਿ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਸਤਿਗੁਰਾਂ ਨੂੰ ਚਿੱਠੀ ਦੇ ਵਿੱਚ ਪ੍ਰੇਮ ਦੀ ਗੱਲ ਗੁਰੂ ਅਰਜਨ ਦੇਵ ਜੀ ਲਿਖਦੇ ਨੇ, ਕਹਿੰਦੇ ਮਹਾਰਾਜ ਕਦੋਂ ਮਿਲੋਗੇ, ਕਲਯੁਗ ਦਾ ਸਮਾਂ ਨੇੜੇ ਆ ਰਿਹਾ ਹੈ, ਹੁਣ ਕਦੋਂ ਮਿਲੋਗੇ ਜੀ, ਕਲਯੁਗ ਨੇੜੇ ਆਉਂਦਾ ਜਾਂਦਾ, 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 ਹੁਣ ਕਦੋਂ ਮਿਲੋਗੇ ਜੀ, ਕਲਯੁਗ ਨੇੜੇ ਆਉਂਦਾ ਜਾਂਦਾ, ਕਲਯੁਗ ਨੇੜੇ ਆਉਂਦਾ ਜਾਂਦਾ, ਕਲਯੁਗ ਨੇੜੇ ਆਉਂਦਾ ਜਾਂਦਾ, 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 ਫਿਰ ਕਦੋਂ ਮਿਲੋਗੇ ਜੀ, ਸਤਿਗੁਰ ਕਦੋਂ ਮਿਲੋਗੇ ਜੀ, ਕਲਯੁਗ ਨੇੜੇ ਆਉਂਦਾ ਜਾਂਦਾ, 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 ਹੁਣ ਕਦੋਂ ਮਿਲੋਗੇ ਜੀ, ਕਲਯੁਗ ਨੇੜੇ ਆਉਂਦਾ ਜਾਂਦਾ, ਹੁਣ ਕਦੋਂ ਮਿਲੋਗੇ ਜੀ, ਕਲਯੁਗ ਨੇੜੇ ਆਉਂਦਾ ਜਾਂਦਾ। ਇਹ ਤੀਜੀ ਚਿੱਠੀ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਲਿਖਿਆ ਤੇ ਸਾਧ ਸੰਗਤ ਤੇ ਨਾਲ ਉਹ ਸਿੱਖ ਨੂੰ ਸਮਝਾਇਆ, ਕਹਿੰਦੇ ਵੀ ਰਸਤੇ ਵਿੱਚ ਤੈਨੂੰ ਕੋਈ ਮਿਲੇ, ਇਹ ਜਿਹੜੀ ਪੱਤਰਕ ਹੈ ਨਾ, ਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਪੇਸ਼ ਕਰੀ, ਜਿਹਦੇ ਵਿੱਚ ਲਿਖਿਆ ਪਹਿਲਾ ਅੰਕ ਤੇ ਦੂਜਾ ਅੰਕ। ਅੱਜ ਤੀਜੀ ਚਿੱਠੀ ਉਹ ਸਿੱਖ ਦੇ ਹੱਥ ਫੜਾਈ ਤੇ ਮਹਾਰਾਜ ਕਹਿੰਦੇ ਨੇ ਇਹ ਚਿੱਠੀ ਭਾਈ ਸਤਿਗੁਰਾਂ ਨੂੰ ਆਪ ਫੜਾ ਕੇ ਆਈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਲਾਹੌਰ ਦੇ ਵਿੱਚ ਪ੍ਰੇਮ ਦੀਆਂ ਚਿੱਠੀਆਂ ਇੱਦਾਂ ਲਿਖਦੇ ਨੇ। ਜਿਹੜੀ ਤੀਜੀ ਚਿੱਠੀ ਸੀ ਸਾਧ ਸੰਗਤ ਜੀ, ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਉਸ ਸਿੱਖ ਨੇ ਜਿਹੜਾ ਲਾਹੌਰ ਤੋਂ ਆਇਆ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਪੇਸ਼ ਕਰ ਦਿੱਤੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਚਿੱਠੀ ਪੜ੍ਹੀ, ਕੈਸੇ ਪ੍ਰੇਮ ਦੇ ਸ਼ਬਦ, ਐਸੇ ਵੈਰਾਗਮਈ ਬਾਣੀ। ਇਹ ਸਾਧ ਸੰਗਤ ਗੁਰੂ ਰਾਮਦਾਸ ਸਾਹਿਬ ਜੀ ਪੁੱਛਦੇ ਨੇ, ਕਹਿੰਦੇ ਭਾਈ ਜਿਹੜੀਆਂ ਪਹਿਲਾਂ ਦੋ ਚਿੱਠੀਆਂ ਆਈਆਂ ਨੇ ਉਹ ਕਿੱਥੇ ਨੇ? ਕਹਿੰਦਾ ਜੀ ਜਿਹੜਾ ਡਿਊਟੀ ਦੇ ਵਿੱਚ ਉਹ ਖੜਾ ਨਾ ਸੇਵਾਦਾਰ, ਤੇ ਮੈਂ ਆਇਆ ਪਹਿਲਾਂ 2 ਵਾਰ, ਉਹ ਪੱਤਰਕਾ ਚਿੱਠੀਆਂ ਉਹਨੇ ਫੜੀਆਂ ਨੇ। ਮਹਾਰਾਜ ਨੇ ਸੇਵਾਦਾਰ ਭੇਜੇ, ਕਹਿੰਦੇ ਲਿਆਓ ਪ੍ਰਿਥੀ ਚੰਦ ਨੂੰ ਬੁਲਾ ਕੇ। ਪ੍ਰਿਥੀ ਚੰਦ ਨੂੰ ਸੱਦਿਆ। ਪ੍ਰਿਥੀ ਚੰਦ ਨੂੰ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਬਈ ਪ੍ਰਿਥੀ ਆ ਪੁੱਤਰਾ, ਇਹ ਸਿੱਖ ਲਾਹੌਰ ਤੋਂ ਆਏ, ਕਹਿੰਦੇ 2 ਚਿੱਠੀਆਂ ਤੈਨੂੰ ਫੜਾ ਕੇ ਗਏ, ਕਿੱਥੇ ਨੇ? ਕਹਿੰਦਾ ਜੀ ਮੇਰੇ ਕੋਲ ਕੋਈ ਚਿੱਠੀ ਨਹੀਂ ਫੜਾ ਕੇ ਗਿਆ। ਪ੍ਰਿਥੀ ਚੰਦ ਲਾਹੌਰ ਤੋਂ ਆਏ ਸਿੱਖ ਨੂੰ ਝੂਠਾ ਪਾ ਰਹੇ। ਕਹਿੰਦਾ ਮਹਾਰਾਜ ਐਵੇਂ ਬੋਲਦਾ,
ਮੇਰੇ ਕੋਲ ਕੋਈ ਇਹਨੇ ਪੱਤਰਕਾ ਨਹੀਂ ਫੜਾਈ, ਕੋਈ ਚਿੱਠੀ ਨਹੀਂ ਫੜਾਈ, ਕਦੇ ਕੋਈ ਮੇਰੇ ਕੋਲ ਆਇਆ ਨਹੀਂ। ਇਹ ਗੁਰੂ ਰਾਮਦਾਸ ਮਹਾਰਾਜ ਜਾਣੀ ਜਾਣ ਗੁਰੂ ਨਾਨਕ ਦੀ ਜੋਤ। ਮਹਾਰਾਜ ਨੇ ਸਿੱਖਾਂ ਨੂੰ ਕਿਹਾ, ਕਹਿੰਦੇ ਜਾਓ ਬਈ, ਜਿੱਥੇ ਬਿਰਥੀ ਚੰਦ ਰਹਿੰਦਾ ਸੀ ਨਾ ਪਰਿਵਾਰ ਸਮੇਤ ਕਮਰੇ ਵਿੱਚ, ਕਹਿੰਦੇ ਉੱਥੇ ਫਲਾਣੀ ਜਗ੍ਹਾ ਤੇ ਇਹਦਾ ਚੋਲਾ ਪਿਆ, ਉਹਦੇ ਚੋਲੇ ਦੀ ਗੁੱਝ ਉਹਦੇ ਵਿੱਚੋਂ ਉਹ ਪੱਤਰਕਾ ਲੈ ਕੇ ਆਓ। ਗਏ ਸਿੱਖ। ਇਹ ਸਾਧ ਸੰਗਤ ਜਿਹੜੀਆਂ ਕਿ ਪਹਿਲਾਂ 2 ਚਿੱਠੀਆਂ ਆਈਆਂ ਸੀ ਉਹ ਮਿਲੀਆਂ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਪੜ੍ਹੀਆਂ, ਬੜੀਆਂ ਪ੍ਰੇਮ ਦੀਆਂ ਗੱਲਾਂ ਉਹਨਾਂ ਵਿੱਚ ਲਿਖੇ, ਬੜੇ ਪ੍ਰੇਮ ਦੇ ਸ਼ਬਦ ਉਹਦੇ ਵਿੱਚ ਲਿਖੇ। ਇਹ ਸਾਧ ਸੰਗਤ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਬਿਰਥੀ ਚੰਦ ਕਿਉਂ ਭਾਈ, ਕਹਿੰਦੇ ਤੂੰ ਆਪਣੇ ਛੋਟੇ ਭਰਾ ਅਰਜਨ ਦੇਵ ਨਾਲ ਈਰਖਾ ਕਰ ਰਹੇ, ਕਾਰਨ ਕੀ? ਕਹਿੰਦਾ ਮਹਾਰਾਜ ਮੈਂ ਤੇ ਕੋਈ ਗੱਲ ਨਹੀਂ ਕੀਤੀ। ਕਹਿੰਦੇ ਆ ਚਿੱਠੀਆਂ ਲੁਕਾਈਆਂ ਨੇ, ਤੇ ਜਿੱਥੇ ਕਹਿੰਦਾ ਸੀ ਨਾ ਮੇਰੇ ਕੋਲ ਇਹ ਸਿੱਖ ਨਹੀਂ ਆਇਆ, ਕੋਈ ਮੇਰੇ ਕੋਲ ਚਿੱਠੀ ਨਹੀਂ ਆਈ, ਅੱਜ ਗੁਰੂ ਰਾਮਦਾਸ ਸਾਹਿਬ ਜੀ ਨੇ ਉਹ ਵੀ ਉਹਦਾ ਝੂਠ ਦਾ ਪਰਦਾ ਫਾਸ਼ ਕਰ ਦਿੱਤਾ। ਸਾਧ ਸੰਗਤ ਤੇ ਇੰਨੀਆਂ ਚਿੱਠੀਆਂ ਪੜ੍ਹ ਕੇ ਮਹਾਰਾਜ ਨੇ ਪ੍ਰੇਮ ਦੇ ਸ਼ਬਦ ਪੜ੍ਹੇ। ਫਿਰ ਉੱਥੋਂ ਇਤਿਹਾਸ ਦੱਸਦਾ, ਕਹਿੰਦੇ ਮਹਾਰਾਜ ਨੇ ਬਾਬਾ ਬੁੱਢਾ ਜੀ ਤੇ ਕੁਝ ਹੋਰ ਸਿੱਖਾਂ ਦੀ ਡਿਊਟੀ ਲਾਈ। ਕਹਿੰਦੇ ਜਾਓ ਬਈ ਲਾਹੌਰ ਅਰਜਨ ਦੇਵ ਜੀ ਨੂੰ ਲੈ ਕੇ ਆਓ। ਬੜੇ ਅਦਬ ਸਤਿਕਾਰ ਦੇ ਨਾਲ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਅੰਮ੍ਰਿਤਸਰ ਲਿਆਂਦਾ। ਇਹ ਸਾਧ ਸੰਗਤ ਜਦੋਂ ਕਿ ਅੰਮ੍ਰਿਤਸਰ ਲੈ ਕੇ ਆਏ, ਅਰਜਨ ਦੇਵ ਜੀ ਦੇ ਮਨ ਵਿੱਚ ਕਿੰਨਾ ਪਿਆਰ, ਕਿੰਨੀ ਨਿਮਰਤਾ, ਕਿੰਨੀ ਦਇਆ ਦੇ ਪੁੰਜ ਨੇ, ਸੰਤਕੀ ਦੇ ਪੁੰਜ ਨੇ। ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਆਪਣਾ ਸੀਸ ਝੁਕਾਇਆ। ਵੈਰਾਗ ਦਾ ਜਲ ਅੱਖਾਂ ਦੇ ਵਿੱਚੋਂ ਵਹਾਉਂਦੇ ਨੇ, ਉਹ ਵੈਰਾਗ ਦਾ ਜਲ ਹੈ, ਪ੍ਰੇਮ ਦਾ। ਤੇ ਸਾਧ ਸੰਗਤ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਨਹੀਂ ਚੁੱਕਦੇ। ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਸੀਸ ਰੱਖਿਆ ਹੋਇਆ, ਵੈਰਾਗ ਦਾ ਜਲ ਅੱਖਾਂ ਵਿੱਚੋਂ ਵਹਾ ਰਹੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਪੁੱਤਰ ਮਹਾਰਾਜ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਨਿਹਾਲ ਨਿਹਾਲ ਨਿਹਾਲ। ਕਿਉਂਕਿ ਇਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਾਣੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਹਾਲ 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 ਕਈ ਵਾਰ ਇਹ ਸ਼ਬਦ ਆਉਂਦਾ ਹੈ। ਇਸੇ ਇਹਨਾਂ ਨਜ਼ਰਾਂ ਦੇ ਨਾਲ ਹੀ ਸਤਿਗੁਰੂ ਜੀ ਤਾਰਦੇ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਗੁਰੂ ਪਿਤਾ ਜੀ ਕੀ ਮੇਰੇ ਤੋਂ ਐਸਾ ਪਾਪ ਕਰਮ ਹੋ ਗਿਆ, ਕੀ ਮੇਰੇ ਤੋਂ ਅਵਗਿਆ ਹੋ ਗਈ। ਬੜਾ ਲੰਮਾ ਸਮਾਂ ਲਾਹੌਰ ਦੇ ਵਿੱਚ ਮੈਂ ਰਿਹਾ, ਯਾਦ ਨਹੀਂ ਕੀਤਾ। ਇਸ ਕਰਕੇ ਆ ਪੱਤਰਕਾਂ ਲਿਖਣੀਆਂ ਪਈਆਂ। ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ, ਪੁੱਤਰ ਤੇਰੀਆਂ 2 ਪੱਤਰਕਾਂ ਪਹਿਲਾਂ ਨਹੀਂ ਸੀ ਮਿਲੀਆਂ, ਇਹ ਤੀਜੀ ਪੱਤਰਕਾ ਮਿਲੀ ਹੈ, ਚਿੱਠੀ ਮਿਲੀ ਹੈ ਭਾਈ। ਤਾਂ ਫਿਰ ਇੱਥੋਂ ਇਹਨੂੰ ਲੈ ਕੇ ਆਉਣ ਵਾਸਤੇ ਸਿੰਘ ਭੇਜੇ, ਸੇਵਾਦਾਰ ਭੇਜੇ। ਤੇ ਸਾਧ ਸੰਗਤ ਬਿਰਥੀ ਚੰਦ ਵੀ ਉੱਥੇ ਹੀ ਖਲੋਤਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਭਾਈ ਬਿਰਥੀ ਆ। ਉਹ ਭਾਈ ਅਰਜਨ ਦੇਵ ਨੇ 3 ਚਿੱਠੀਆਂ ਪੱਤਰਕਾ ਇਹ ਸ਼ਬਦ ਲਿਖੇ ਨੇ। ਇੱਥੇ ਹੁਣ ਚੌਥਾ ਪਦ ਲਿਖ ਕੇ ਸ਼ਬਦ ਦਾ ਕਹਿੰਦੇ ਭਾਈ ਸਮਾਪਤੀ ਕਰ। ਬਿਰਥੀ ਚੰਦ ਕਹਿੰਦਾ, ਮਹਾਰਾਜ ਕਹਿੰਦਾ ਮੈਂ ਨਹੀਂ ਲਿਖ ਸਕਦਾ, ਮੇਰੇ ਕੋਲ ਇੰਨਾ ਸਮਾਂ ਨਹੀਂ, ਮੈਂ ਬਾਣੀ ਇਹ ਨਹੀਂ ਲਿਖ ਸਕਦਾ। ਬਿਰਥੀ ਚੰਦ ਨੇ ਜਦੋਂ ਇੱਦਾਂ ਜਵਾਬ ਦਿੱਤਾ, ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਅਰਜਨ ਦੇਵ ਜੀ ਨੂੰ ਕਿਹਾ, ਕਹਿੰਦੇ ਭਾਈ ਚੌਥਾ ਪਦ ਲਿਖ ਦਿਓ, ਸ਼ਬਦ ਦੀ ਸਮਾਪਤੀ ਕਰੋ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹੁਕਮ ਹੋਇਆ, ਗੁਰੂ ਰਾਮਦਾਸ ਸਾਹਿਬ ਜੀ ਨੇ ਫਿਰ ਉੱਥੇ ਚੌਥਾ ਪਦ ਕਿਹੜਾ ਲਿਖਿਆ, ਭਾਗ ਹੋਆ ਗੁਰੂ ਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ। ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜਿਉ। ਹਉ ਘੋਲੀ ਜਿਉ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜਿਉ। ਮੈਂ ਭਾਗਾਂ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ।
ਧਰਮਾਂ ਵਾਲਾ ਹਾਂ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਭਾਗਾ ਵਾਲਾ ਜੀ ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਭਾਗਾ ਵਾਲਾ ਜੀ ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਭਾਗਾ ਵਾਲਾ ਜੀ ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਮੈਂ ਭਾਗਾ ਵਾਲਾ ਜੀ ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ। 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 ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ। 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 ਭਾਗਾਂ ਵਾਲਾ ਜੀ ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਭਾਗਾਂ ਵਾਲਾ ਜੀ ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਭਾਗਾ ਵਾਲਾ ਜੀ ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਭਾਗਾਂ ਵਾਲਾ ਜੀ ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਭਾਗਾ ਵਾਲਾ ਜੀ ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਮੈਂ ਭਾਗਾ ਵਾਲਾ ਜੀ ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਗੁਰੂ ਅਰਜਨ ਦੇਵ ਉਹਨਾਂ ਨੇ ਇਹ ਜਿਹੜਾ ਕਿ 4 ਪਦਿਆਂ ਦਾ ਸ਼ਬਦ ਸੀ, ਚੌਥਾ ਪਦ ਉਚਾਰਨ ਕਰਕੇ ਸ਼ਬਦ ਦੀ ਸਮਾਪਤੀ ਕੀਤੀ। ਭਾਗ ਹੋਆ ਗੁਰੂ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਮੇਰੇ ਵੱਡੇ ਭਾਗ ਨੇ, ਮੇਰੇ ਉੱਤਮ ਕਰਮ ਨੇ, ਮੈਂ ਚੰਗੀਆਂ ਭਾਗਾਂ ਵਾਲਾ ਸੱਚੇ ਸਤਿਗੁਰੂ। ਐ ਗੁਰੂ ਪਿਤਾ ਜੀ ਤੁਹਾਡੇ ਦਰਸ਼ਨ ਹੋ ਗਏ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸੇਵਾ ਦੇ ਪੁੰਜ ਜਾਣ ਕੇ ਤੇ ਫਿਰ ਜਿਹੜੀ ਗੁਰਤਾ ਗੱਦੀ ਸੀ ਨਾ, ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਤਿਲਕ, ਉਹ ਵੀ ਆਪਣੇ ਛੋਟੇ ਪੁੱਤਰ ਅਰਜਨ ਦੇਵ ਜੀ ਨੂੰ ਦੇ ਦਿੱਤਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵਿਆਹ ਦੇ ਕਾਰਜ ਵਿੱਚ ਸ਼ਾਮਲ ਹੋਏ, ਸਮਾਪਤੀ ਹੋਈ, ਉੱਥੋਂ ਆਏ, ਹੁਕਮ ਨੂੰ ਮੰਨਿਆ। ਮਹਾਰਾਜ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਈ ਸੀ। ਜਿਨ੍ਹਾਂ ਨੇ ਗੁਰੂ ਦੇ ਹੁਕਮ ਮੰਨ ਲਏ, ਗੁਰੂ ਦੇ ਹੁਕਮ ਧਾਰਨ ਕਰ ਲਏ, ਉਹਨਾਂ ਨੂੰ ਵੱਡੀਆਂ ਵੱਡੀਆਂ ਮੰਜ਼ਲਾਂ ਪ੍ਰਾਪਤ ਹੋ ਜਾਂਦੀਆਂ ਨੇ। ਬੜੇ ਬੜੇ ਰੁਤਬੇ ਉਹਨਾਂ ਦੀ ਜ਼ਿੰਦਗੀ ਵਿੱਚ ਆਉਂਦੇ ਨੇ। ਗੁਰਮੁਖੋ, ਸੇਵਾ ਤੇ ਸਿਮਰਨ ਦੀਆਂ ਜਿਹੜੀਆਂ ਦਾਤਾਂ ਨੇ ਬੜੀਆਂ ਵੱਡੀਆਂ ਨੇ। ਇਹ ਸਾਧ ਸੰਗਤ ਕੁਝ ਪ੍ਰਾਪਤ ਕਰਨਾ, ਘਾਲਣੀ ਪੈਂਦੀ ਹੈ। ਜਿਵੇਂ ਗੁਰੂ ਨਾਨਕ ਦੇ ਚਰਨਾਂ ਵਿੱਚ ਰਹਿ ਕੇ ਭਾਈ ਲਹਿਣੇ ਨੇ ਸੇਵਾ ਕਮਾਈ, ਗੁਰੂ ਨਾਨਕ ਦਾ ਰੂਪ ਬਣ ਗਏ। ਭਾਈ ਲਹਿਣੇ ਤੋਂ ਅੰਗਦ ਦੇਵ ਬੜੇ, ਇਹਨੇ ਗੁਰੂ ਘਰ ਦੀਆਂ ਵਡਿਆਈਆਂ। ਹੁਣ ਪਿਰਥੀ ਚੰਦ ਰਹਿੰਦਾ ਤੇ ਗੁਰੂ ਘਰ 'ਚ ਸੀ। ਗੁਰਮੁਖੋ, ਗੁਰੂ ਘਰ ਦੇ ਵਿੱਚ ਰਹਿੰਦਾ ਗੁਰਮੁਖੋ ਖਾਲੀ ਦਾ ਖਾਲੀ ਹੋ ਰਹਿ ਗਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਈ ਵਾਰੀ ਅੱਜ ਸਾਡਾ ਵੀ ਇਹੀ ਹਾਲ ਹੈ। ਗੁਰਮੁਖੋ ਰਹਿੰਦੇ ਆ ਅਸੀਂ ਗੁਰੂ ਘਰਾਂ ਵਿੱਚ। ਗੁਰੂ ਘਰਾਂ ਦੀ ਸੇਵਾ ਜਿਹੜੀ ਅਸੀਂ ਬੜੀ ਜਲਦੀ ਦੇ ਨਾਲ ਲੈਂਦੇ ਆ ਵੀ ਸਾਨੂੰ ਇਹ ਸੇਵਾ ਦਿਓ ਜੀ, ਅਸੀਂ ਸੇਵਾ ਕਰਾਂਗੇ। ਗੁਰੂ ਘਰ ਦੇ ਵਿੱਚ ਰਹਿ ਕੇ ਨਿਤਨੇਮ ਦੀ ਸੇਵਾ, ਗੁਰਬਾਣੀ ਵਿਚਾਰ, ਕਥਾ ਕੀਰਤਨ ਦੀ, ਗੁਰੂ ਨਾਨਕ ਦੀ ਸਿੱਖੀ ਦੇ ਪ੍ਰਚਾਰ ਦੀ ਸੇਵਾ, ਗੁਰੂ ਘਰ ਦੇ ਵਿੱਚ ਲੰਗਰ ਬਣਾਉਣ ਦੀ, ਲੰਗਰ ਛਕਾਉਣ ਦੀ, ਡਾਲੀ ਕਰਨ ਦੀ ਸੇਵਾ ਤੇ ਸੰਗਤਾਂ ਦੇ ਜੋੜੇ ਝਾੜਨ ਦੀਆਂ ਸੇਵਾ, ਗੁਰੂ ਘਰਾਂ ਵਿੱਚ ਝਾੜੂ ਫੇਰਨ ਦੀਆਂ ਸੇਵਾ ਬੜੀਆਂ ਮਹਾਨ ਨੇ। ਇਹ ਗੁਰਮੁਖੋ, ਗੁਰੂ ਦੇ ਘਰ ਦੇ ਵਿੱਚ ਆ ਕੇ ਸੇਵਾ ਪੁੱਛ ਲੈਣੀ ਤੇ ਸੌਖੀ ਹੈ, ਪਰ ਕਰਨੀ ਬੜੀ ਔਖੀ ਹੈ। ਕਈ ਤੇ ਵਿਚਾਰੇ ਥੋੜੇ ਸਮੇਂ 'ਚ ਹੀ ਉੱਡ ਜਾਂਦੇ ਨੇ, ਕਈ ਤੇ ਸਮੇਂ ਗੁਰਮੁਖੋ ਥੋੜੇ ਸਮੇਂ ਦੇ ਵਿੱਚ ਹੀ ਉਡਾਰੀ ਮਾਰ ਜਾਂਦੇ ਨੇ। ਕਹਿਣਗੇ ਜੀ ਸਾਥੋਂ ਨਹੀਂ ਹੁੰਦਾ, ਹੁਣ ਇਹ ਕੰਮ ਅਸੀਂ ਚੱਲੇ ਹਾਂ। ਕਹਿਣ ਤੋਂ ਭਾਵ ਜਿਹੜੀਆਂ ਗੁਰੂ ਘਰ ਦੀਆਂ ਸੇਵਾ ਨੇ ਨਾ, ਹੈ ਬੜੀਆਂ ਮਹਾਨ ਨੇ, ਪਰ ਆਪਣਾ ਮਨ ਮਾਰਨਾ ਪੈਂਦਾ। ਗੁਰਮੁਖੋ, ਬਾਣੀ ਵਿੱਚ ਮਹਾਰਾਜ ਨੇ ਲਿਖਿਆ ਨਾ, ਮਨ ਮਾਰਨ ਕਾਰਨ ਬਣ ਜਾਈਏ।
ਮਨ ਨੂੰ ਮਾਰਨ ਦੇ ਵਾਸਤੇ ਬਣਾ ਦੇ ਵਿੱਚ ਉਹ ਜੋਗੀ ਪੀਰ ਜਾਂਦੇ ਸੀ, ਕਿਉਂਕਿ ਸੰਸਾਰ 'ਚ ਰਹਿੰਦੇ ਸੀ, ਜਗਤ 'ਚ ਰਹਿੰਦੇ ਸੀ, ਮਨ ਵਿਸ਼ੇ ਵਿਕਾਰਾਂ ਵੱਲ ਦੌੜਦਾ ਸੀ। ਮਨ ਮਾਰਨ ਕਾਰਨ ਬਣ ਜਾਈਏ, ਜਿਉ ਜਲ ਬਿਨ ਭਗਵੰਤ ਨਾ ਪਾਈਏ। ਜੇ ਜਲ ਦੀ ਗੱਲ ਕਰੀਏ, ਜਲਾਂ ਦੇ ਵਿੱਚ ਕਿੰਨੇ ਜੀਵ ਰਹਿੰਦੇ ਨੇ, ਡੱਡੂ, ਮੱਛੀ, ਹੋਰ ਬੜੇ ਜਾਨਵਰ ਨੇ ਜਿਹੜੇ ਪਾਣੀ ਵਿੱਚ ਰਹਿੰਦੇ ਨੇ। ਗੁਰਮੁਖੋ, ਉਹਨਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜੇ। ਇੱਦਾਂ ਨਹੀਂ ਕੰਮ ਆਪਾਂ ਆਪਣੇ ਘਰ ਵਿੱਚ ਕਰਦੇ ਹਾਂ, ਕੋਈ ਵੀ ਕੰਮ ਕਰ ਰਹੇ ਆ ਨਾ, ਉਹਨੂੰ ਮਨ ਮਾਰ ਕੇ ਕੰਮ ਕਰੋ, ਮਨ ਚਿੱਤ ਲਾ ਕੇ ਕਰੋ, ਤੇ ਸਾਧ ਸੰਗਤ ਕੰਮ ਜਿਹੜੇ ਬੜੀ ਚੜ੍ਹਦੀ ਕਲਾ ਵਿੱਚ ਹੋਏਗਾ। ਇਸ ਕਰਕੇ ਗੱਲ ਆਪਾਂ ਬਿਰਥੀ ਜੰਡ ਦੀ ਕਰ ਰਹੇ ਸੀ ਵੀ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਅੰਮ੍ਰਿਤਸਰ ਡਿਊਟੀ ਤੇ ਸੇਵਾ ਕਰਦਾ, ਸੇਵਾਦਾਰੀ ਨਿਭਾਉਂਦਾ ਹੈ, ਰਹਿੰਦਾ ਗੁਰੂ ਘਰ ਦੇ ਵਿੱਚ ਹੈ, ਪਰ ਗੁਰੂ ਘਰ ਦੇ ਵਿੱਚ ਰਹਿੰਦਾ ਖਾਲੀ ਹੋ ਰਹਿ ਗਿਆ। ਗੁਰਮੁਖੋ, ਕੁਝ ਪ੍ਰਾਪਤ ਨਹੀਂ ਕਰ ਸਕਿਆ। ਉਹ ਅਰਜਨ ਦੇਵ ਜਿਹੜੇ ਬਣੇ ਗੁਰੂ ਨਾਨਕ ਗੁਰਤਾ ਗੱਦੀ ਦੇ ਮਾਲਕ, ਜਿਨ੍ਹਾਂ ਨੂੰ ਅੱਜ ਆਪਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਇਹ ਉਹਨਾਂ ਦੀਆਂ ਕਹਾਣੀਆਂ ਨੇ, ਉਹਨਾਂ ਦੀਆਂ ਬਾਤਾਂ ਨੇ। ਗੁਰਮੁਖੋ, ਜਿਨ੍ਹਾਂ ਨੇ ਕੁਝ ਸੁਣਿਆ, ਕੁਝ ਮੰਨਿਆ, ਮੰਨ ਕੇ ਆਪਣੇ ਹਿਰਦੇ ਤੇ ਵਸਾਇਆ, ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤਾ, ਉਹਨਾਂ ਨੇ ਬੜੀਆਂ ਬੜੀਆਂ ਮੰਜ਼ਲਾਂ ਪ੍ਰਾਪਤ ਕਰ ਲਈਆਂ। ਆਓ ਹੁਣ ਸਮਾਪਤੀ ਵੱਲ ਚਲੀਏ, ਸਮਾਂ ਹੋ ਗਿਆ। ਤੇ ਇੱਕੋ ਇੱਕ ਸ਼ਬਦ ਪੜ੍ਹ ਕੇ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਾਂਗੇ। ਭਾਈ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਹੈ, ਗੁਰਮੁਖ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਜਿਨ੍ਹਾਂ ਨੇ ਵਿਆਹਾਂ ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਗੁਰੂ ਕੀ ਬਾਣੀ ਦੇ ਲਾਹੇ ਲਏ, ਗੁਰੂ ਦੀ ਬਾਣੀ ਦਾ ਜਾਪ ਘਰ ਦੇ ਵਿੱਚ ਆਰੰਭ ਕਰਾਇਆ, ਭੋਗ ਪਵਾਏ। ਗੁਰੂ ਕੀ ਬਾਣੀ ਦਾ ਹਰਜਸ ਕੀਰਤਨ ਹੋ ਰਿਹਾ ਹੈ। ਆਪ ਸੰਗਤਾਂ ਅੱਜ ਉਹ ਪਰਮਹੰਸ ਹੋ ਜਿਹੜੇ ਨਾਮ ਦੇ ਮੋਤੀ ਗ੍ਰਹਿਣ ਕਰ ਰਹੇ ਹੋ। ਇੱਕ ਹੰਸ ਉਹ ਹੁੰਦਾ ਹੈ ਜਿਹੜਾ ਸੰਗਤ ਜੀ ਮਾਨ ਸਰਵਰ ਤੇ ਜਾਂਦਾ, ਮੋਤੀ ਚੁਗਦਾ ਹੈ। ਉਹਦੀ ਜਿਹੜੀ ਖੁਰਾਕ ਹੈ ਨਾ, ਮੋਤੀ ਚੁਗਣੇ ਨੇ। ਉਹ ਮੋਤੀ ਖਾਦੇ ਤੋਂ ਬਗੈਰ ਨਹੀਂ ਰਹਿ ਸਕਦਾ। ਜਿਹੜਾ ਕਿ ਡੱਡਾ ਨੇ ਤੇ ਜਾਂ ਬਗਲਾ ਤੇ ਉਹਨਾਂ ਦਾ ਜਿਹੜਾ ਖਾਣਾ ਹੈ, ਉਹਦਾ ਵੀ ਸਾਰਾ ਕੁਝ ਇਹ ਜ਼ਿਕਰ ਮਹਾਰਾਜ ਨੇ ਬਾਣੀ ਵਿੱਚ ਦੱਸਿਆ। ਹੁਣ ਤੁਸੀਂ ਗੁਰੂ ਦੀ ਬਾਣੀ ਦਾ ਆਨੰਦ ਮਾਣਿਆ, ਤੁਸੀਂ ਉਹ ਪਰਮਹੰਸ ਉਹ ਹੁੰਦਾ ਹੈ ਜਿਹੜਾ ਨਾਮ ਦਾ ਮੋਤੀ ਗ੍ਰਹਿਣ ਕਰੇ। ਤੁਸੀਂ ਨਾਮ ਦੇ ਮੋਤੀ ਗ੍ਰਹਿਣ ਕੀਤੇ ਨੇ ਸੰਗਤ ਜੀ, ਤੁਹਾਡੇ ਵੀ ਵੱਡੇ ਭਾਗ ਨੇ, ਸਾਡੇ ਵੀ ਵੱਡੇ ਭਾਗ ਨੇ, ਜੋ ਸਾਨੂੰ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਜਸ ਕਰਨ ਦਾ ਸਮਾਂ ਮਿਲਿਆ। ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਮਹਾਰਾਜ ਚੜ੍ਹਦੀਆਂ ਕਲਾਂ ਵਿੱਚ ਰੱਖੇ। ਆਓ ਜਿਨ੍ਹਾਂ ਵੀ ਸੰਗਤਾਂ ਨੇ ਕੀਰਤਨ ਸਤਿਕਾਰ ਵਿੱਚ, ਗੁਰੂ ਸ਼ਬਦ ਬਾਣੀ ਦੇ ਸਤਿਕਾਰ ਵਿੱਚ ਬੇਅੰਤ ਮਾਇਆ ਅਰਦਾਸ ਕਰਾਈ, ਧੰਨਵਾਦ ਜੀ। ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰਿਓ, ਸੇਵਕ ਪਰਿਵਾਰ ਦੀ ਸੇਵਾ ਪ੍ਰਵਾਨ ਕਰਿਓ ਪ੍ਰਵਾਨ ਸਤਿਗੁਰ ਸੇਵਕਾਂ ਦੀ ਸੇਵਾ ਕਰਿਓ ਪ੍ਰਵਾਨ ਇਹਨਾਂ ਸੇਵਕਾਂ ਦੀ ਸੇਵਾ। ਪ੍ਰਵਾਨ ਇਹਨਾਂ ਸੇਵਕਾਂ ਦੀ ਸੇਵਾ ਕਰਿਓ ਪ੍ਰਵਾਨ ਇਹਨਾਂ ਸੇਵਕਾਂ ਦੀ ਸੇਵਾ ਕਰਿਓ ਪ੍ਰਵਾਨ ਇਹਨਾਂ ਸੇਵਕਾਂ ਦੀ ਸੇਵਾ ਕਰਿਓ ਪ੍ਰਵਾਨ ਇਹਨਾਂ ਸੇਵਕਾਂ ਦੀ ਸੇਵਾ ਸੇਵਕਾਂ ਦੀ ਸੇਵਾ ਸੇਵਕਾਂ ਦੀ ਸੇਵਾ ਸੇਵਕਾਂ ਦੀ ਸੇਵਾ ਸਤਿਗੁਰ ਸੇਵਕਾਂ ਦੀ ਸੇਵਾ 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 ਕਰਿਓ ਪ੍ਰਵਾਨ ਇਹਨਾਂ ਸੇਵਕਾਂ ਦੀ ਸੇਵਾ
ਹੋਵੇ ਪ੍ਰਵਾਨ ਸਤਿਗੁਰ ਸੇਵਕਾਂ ਦੀ ਸੇਵਾ। ਪ੍ਰਵਾਨ ਨਾ ਸੇਵਕਾਂ ਦੀ ਸੇਵਾ, ਹੋਵੇ ਪ੍ਰਵਾਨ ਨਾ ਸੇਵਕਾਂ ਦੀ ਸੇਵਾ। ਕਰਿਓ ਪਰਵਾਣੇ ਨਾ ਸੇਵਕਾਂ ਦੀ ਸੇਵਾ, ਹੋਏ ਪਰਵਾਣੇ ਨਾ ਸੇਵਕਾਂ ਦੀ ਸੇਵਾ। ਸੇਵਕ ਕੋ ਸੇਵਾ ਬਣਾਈ, ਹੁਕਮ ਬੋਝ ਪਰਮ ਪਦ ਪਾਈ। ਸਤਿਗੁਰੂ ਆਪਣੇ ਦਰ ਘਰ ਦੀ ਸੇਵਾ ਆਪਣੇ ਸੇਵਕਾਂ ਨੂੰ ਬਖਸ਼ਦੇ ਨੇ। ਸੋ ਆਓ ਸੰਗਤ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ। ਗੁਰੂ ਸਾਹਿਬ ਜੀ ਦਾ ਸਾਜਿਆ ਨਵਾਜਿਆ ਜਥਾ ਆਪਣੇ ਤੁਹਾਡੇ ਨੇੜੇ ਤਲਵੰਡੀ ਮਲਕ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਆ। ਸੋ ਪਰਿਵਾਰ ਨੇ ਬੇਨਤੀ ਕੀਤੀ, ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਗੁਰਮੁਖ ਪਰਿਵਾਰ ਦੇ ਘਰ ਅਖੰਡ ਪਾਠ ਸਾਹਿਬ ਜੀ ਦੀ ਸੇਵਾ, ਕੀਰਤਨ ਦੀ ਸੇਵਾ, ਸੋ ਇਹ ਕਰਨ ਦਾ ਸਮਾਂ ਮਿਲਿਆ। ਤਲਵੰਡੀ ਮਲਕ ਗੁਰੂ ਘਰ ਦੇ ਵਿੱਚ ਆਪਣੀ ਡਿਊਟੀ ਹੈ ਜੀ। ਪਿੰਡ ਨਰੈਣਗੜ੍ਹ ਨੇੜੇ ਹੀ ਹੈ ਤੁਹਾਡੇ, ਉੱਥੋਂ ਦੇ ਰਹਿਣ ਵਾਲੇ ਆ। ਜੋ ਵੀ ਸੁਣਿਆ ਗੁਰਬਾਣੀ ਵਿਚਾਰ, ਇਹਨੂੰ ਆਪਾਂ ਹਿਰਦੇ ਤੇ ਧਾਰਨ ਕਰੀਏ, ਵਸਾਈਏ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮੁਲ ਲਾਓ। ਜਿਨ੍ਹਾਂ ਨੇ ਸੁਣਿਆ ਮੰਨਿਆ ਮੰਨ ਕੇ ਹਿਰਦੇ ਤੇ ਵਸਾਇਆ, ਉਹਨਾਂ ਦੇ ਵਿਹੜੇ ਭਵਜਲ ਸਾਗਰ ਚੋਂ ਪਾਰ ਹੋ ਗਏ। ਆਓ ਸਾਰੀ ਸੰਗਤ ਆਨੰਦ ਸਾਹਿਬ ਜੀ ਦੇ ਬਾਣੀ ਵਿੱਚ ਜੁੜੋ।